ਇਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰੂ ਪ੍ਰਸਾਦ ਜਪਿ ਆਦਿ ਸਚ ਜੁਗਾਦਿ ਸਚੋ ਹੈ ਵੀ ਸਚ ਨਾਨਕ ਹੋਸੀ ਵੀ ਸਚ ਆਦਿ ਗੁਰੇ ਨਮః ਜੁਗਾਦਿ ਗੁਰੇ ਨਮঃ ਸਤਿਗੁਰੇ ਨਮঃ ਸ੍ਰੀ ਗੁਰੁਦੇਵੇ ਨਮঃ ਸੱਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਹੋ। ਗੁਰੂ ਰੂਪ ਖਾਲਸਾ ਸਵਾਰੀ ਸਤ ਸੰਗਤ, ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਵਨ ਕੱਤਕ ਮਹੀਨੇ ਦੀ ਸ਼ੁਭ ਸਗਰਾਂਦ ਦਾ ਦਿਹਾੜਾ ਸਰਬਤ ਸਾਧ ਸੰਗਤ ਪਿਆਰ ਸਦਕਾ ਹਾਜ਼ਰੀ ਭਰ ਰਹੇ ਹੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨ ਇਸ ਪਾਵਨ ਮਹੀਨੇ ਦਾ ਜੋ ਉਪਦੇਸ਼ ਹੈ, ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਹੋਇਆ, ਉਹ ਪਿਆਰ ਨਾਲ ਸਰਵਣ ਕਰੀਏ ਜੀ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਕਤਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ। ਗੁਰੂ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਦਾ ਜਿਹੜਾ ਮਹੀਨਾ ਹੈ, ਰੁੱਤ, ਥੋੜੀ ਸੁਹਾਵਣੀ ਹੋ ਜਾਂਦੀ ਹੈ।
ਸਾਹਿਬ ਜੀ ਕਹਿੰਦੇ ਹਨ, ਜੇ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਵਿਛੋੜਾ ਪਿਆ ਰਿਹਾ, ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ, ਆਪਣੇ ਕਰਮਾਂ ਦਾ ਹੀ ਦੋਸ਼ ਹੈ। ਕਰਮ ਕਰਕੇ ਹੀ ਜੀਵ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਚੰਗੇ ਸ਼ੁਭ ਕਰਮ ਕਰੇ ਤੇ ਪਰਮਾਤਮਾ ਦੇ ਨੇੜੇ ਆ ਜਾਂਦਾ ਹੈ। ਮਾੜੇ ਕਰਮ ਜਦੋਂ ਕਰਦਾ ਹੈ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਦੂਸਰਾ, ਪਰਮਾਤਮਾ ਕਦੇ ਜੀਵ ਤੋਂ ਦੂਰ ਨਹੀਂ ਹੁੰਦਾ। ਮਨੁੱਖ ਆਪ ਹੀ ਕਰਮ ਕਰਕੇ ਦੂਰ ਨੇੜੇ ਹੋ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਹਾਰਾਜ ਜੀ ਅਗਲੀ ਪੰਕਤੀ ਵਿੱਚ ਜੋ ਵਚਨ ਕਰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਹਿੰਦੇ ਰੋਗ ਜਿਹੜੇ ਦੁੱਖ ਹਨ, ਇਹ ਕਿਵੇਂ ਆਉਂਦੇ ਨੇ? ਜਦੋਂ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਹਨੂੰ ਯਾਦ ਨਹੀਂ ਕਰਦਾ। ਜਿਵੇਂ ਜਿਵੇਂ ਜੀਵ ਨੂੰ ਪਰਮਾਤਮਾ ਦੀ ਯਾਦ ਭੁੱਲਦੀ ਹੈ, ਤਿਵੇਂ ਤਿਵੇਂ ਜੀਵ ਨੂੰ ਰੋਗ ਦੁੱਖ ਆ ਲੱਗਦੇ ਨੇ। ਔਰ ਇਹ ਜਿਹੜੇ ਦੁੱਖ ਰੋਗ ਵੱਧਦੇ ਨੇ, ਘਟਦੇ ਨਹੀਂ, ਕਿਉਂਕਿ ਜੀਵ ਪਰਮਾਤਮਾ ਤੋਂ ਦੂਰ ਹੋ ਗਿਆ। ਬਹੁਤ ਸਾਰੇ ਰੋਗ ਆ ਚੁੰਬੜਦੇ ਨੇ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਹੜੇ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਨੇ, ਭਾਵ ਪੇ ਪਰਮਾਤਮਾ ਦੀ ਯਾਦ ਨੂੰ ਭੁੱਲ ਜਾਂਦੇ ਨੇ, ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦਾ ਵਿਛੋੜੇ ਦਾ ਰੋਗ ਲੱਗ ਜਾਂਦਾ ਹੈ ਔਰ ਲੰਬਾ ਵਿਛੋੜਾ ਪੈ ਜਾਂਦਾ ਹੈ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਸੰਸਾਰ ਦੇ ਪਦਾਰਥ ਚੰਗੇ ਲੱਗਦੇ ਸਨ, ਉਹ ਜਿਵੇਂ ਜਿਵੇਂ ਸਰੀਰ ਰੋਗੀ ਹੁੰਦਾ ਜਾਂਦਾ ਹੈ, ਸਾਹਿਬ ਜੀ ਕਹਿੰਦੇ ਹਨ ਤਿਵੇਂ ਤਿਵੇਂ ਉਹ ਪਦਾਰਥ ਹੁਣ ਕੌੜੇ ਲੱਗਣ ਲੱਗ ਪੈਂਦੇ ਨੇ। ਉਹ ਜਿਹੜੀਆਂ ਮਾਣੀਆਂ ਮੌਜਾਂ, ਜੋ ਚੰਗੀਆਂ ਚੀਜ਼ਾਂ ਸੰਸਾਰ ਵਿੱਚ ਨਜ਼ਰ ਆਉਂਦੀਆਂ ਸਨ, ਉਹ ਹੁਣ ਮਾੜੀਆਂ ਲੱਗਣ ਲੱਗ ਪੈਂਦੀਆਂ ਨੇ। ਇਹ ਸਭ ਮਾਇਆ ਦਾ ਹੀ ਵਿਸਥਾਰ ਹੈ, ਮਾਇਆ ਦਾ ਹੀ ਪਸਾਰਾ ਹੈ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ। ਸਾਹਿਬ ਜੀ ਕਹਿੰਦੇ ਹਨ, ਦੁੱਖ ਤਾਂ ਹੈ ਵਿਛੋੜੇ ਦੇ ਕਾਰਨ ਹੀ ਜੀਵ ਦੁਖੀ ਹੁੰਦਾ ਹੈ, ਤੇ ਇਸ ਵਿਛੋੜੇ ਨੂੰ ਦੂਰ ਕਰਨ ਲਈ ਮਹਾਰਾਜ ਕਹਿੰਦੇ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ। ਇਹ ਆਪਣੇ ਕਰਮ ਦਾ ਹੀ ਕੀਤਾ ਹੋਇਆ ਫਲ ਹੈ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਕੋਈ ਇਨਸਾਨ ਜੀਵ ਦੀ ਪੇਸ਼ ਨਹੀਂ ਜਾਂਦੀ। ਆਪਣੇ ਕਰਮਾਂ ਅਨੁਸਾਰ, ਲੇਖਾ ਅਨੁਸਾਰ ਜੀਵ ਦੁੱਖ ਸੁਖ ਭੋਗਦਾ ਰਹਿੰਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਹਾਂ ਜੇ ਚੰਗੇ ਭਾਗ ਜਾਗ ਪੈਣ, ਕਦੇ ਕਦਾਈ ਕਿਸੇ ਜਨਮ ਵਿੱਚ, ਕਿਸੇ ਸਮੇਂ ਵਿੱਚ, ਕਿਸੇ ਯੁੱਗ ਵਿੱਚ ਪ੍ਰਭੂ ਦੀ ਸੇਵਾ ਕੀਤੀ, ਪੁੰਨ ਦਾਨ ਸੇਵਾ ਸਿਮਰਨ ਕੀਤਾ ਹੋਇਆ, ਕਿਤੇ ਇਨਸਾਨ ਦੇ ਭਾਗਾਂ ਵਿੱਚ ਅੱਗੇ ਆ ਜਾਵੇ, ਤੋ ਸਾਹਿਬ ਜੀ ਕਹਿੰਦੇ ਹਨ ਇਹ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਨੇ। ਜੇ ਪ੍ਰਭੂ ਆਪ
ਕਿਰਪਾ ਕਰ ਦੇਵੇ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਹੁਣ ਸਾਹਿਬ ਜੀ ਕਹਿੰਦੇ ਹਨ, ਜੀਵ ਕੁਲ ਇੱਕੋ ਇੱਕ ਰਸਤਾ ਹੈ। ਉਸ ਪਰਮਾਤਮਾ ਅੱਗੇ ਹਰ ਵੇਲੇ ਹਰ ਸਮੇਂ ਅਰਦਾਸ ਬੇਨਤੀ ਜੋਦੜੀ ਕਰੇ ਕਿ ਹੇ ਅਕਾਲ ਪੁਰਖ, ਮਾਇਆ ਦੇ ਬੰਧਨਾਂ ਤੋਂ ਛਡਾਉਣ ਵਾਲੇ, ਹੇ ਮੇਰੇ ਮਾਲਕ, ਇਸ ਮਾਇਆ ਦੇ ਮੋਹ ਤੋਂ ਮੈਨੂੰ ਬਚਾ ਲੈ। ਇਸ ਤਰ੍ਹਾਂ ਬਾਰੰਬਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰੇ। ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਫਿਰ ਮਹਾਰਾਜ ਕਹਿੰਦੇ ਨੇ, ਉਸ ਪਰਮਾਤਮਾ ਦੀ ਦਰਗਾਹ ਵਿੱਚ, ਸੱਚਖੰਡ ਵਿੱਚ ਉਹ ਬੇਨਤੀ ਪ੍ਰਵਾਨ ਹੋ ਜਾਂਦੀ ਹੈ। ਤੇ ਉਹਦੀ ਬੇਨਤੀ ਪ੍ਰਵਾਨ ਜਦੋਂ ਉਹਦੇ ਚਰਨਾਂ ਵਿੱਚ ਹੋਈ, ਫਿਰ ਮਹਾਰਾਜ ਸਾਨੂੰ ਸਤ ਸੰਗਤ ਬਖਸ਼ਿਸ਼ ਕਰਦੇ ਨੇ। ਉਸ ਸਾਧ ਸੰਗਤ ਵਿੱਚ ਆਣ ਕਰਕੇ ਸਾਰੇ ਚਿੰਤਾ ਦੁੱਖ ਸਾਰੇ ਖਤਮ ਹੋ ਜਾਂਦੇ ਨੇ, ਸੁਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਹ ਸਾਰਾ ਜੋ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਆਪ ਜੀ ਨੇ ਸੰਖੇਪ ਵਿੱਚ ਸਰਵਣ ਕੀਤਾ ਹੈ, ਕੱਤਕ ਮਹੀਨੇ ਦਾ, ਸਤਿਗੁਰੂ ਜੀ ਰਹਿਮਤ ਕਰਨ, ਸਰਬਤ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਵੇ। ਗੁਰੂ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਬਚਨ ਸਾਡੇ ਹਿਰਦੇ 'ਚ ਵਸੇ, ਸਾਡਾ ਜੀਵਨ ਧਰਮ ਦੇ ਮਾਰਗ ਤੇ ਚੱਲ ਪਵੇ। ਇਹ ਬਚਨ ਉਪਦੇਸ਼ ਆਪ ਜੀ ਨੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ। ਸਰਬਤ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਵੇ। ਕੱਤਕ ਦਾ ਮਹੀਨਾ ਆਉਣ ਵਾਲਾ ਸਮਾਂ ਗੁਰੂ ਪਾਤਸ਼ਾਹ ਜੀ ਸਾਡਾ ਸੁਖ ਭਰਿਆ ਲੈ ਆਉਣ। ਆਓ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।